प्यारे बच्चों, असी अपना त्रिभुजां ਦੀ ਸਰਬਸੰਮਤਾ ਦਾ ਜਿਹੜਾ ਚੈਪਟਰ ਸੀ 7ਵਾਂ ਅਧਿਆਇ ਉਹ ਕਰ ਰਹੇ ਸੀ, ਜਿਸ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਰਬਸੰਮਤਾ ਦੇ ਨਿਯਮ ਹਨ ਉਹ ਕੀਤੇ ਸੀ ਕਿ ਜੇਕਰ ਅਸੀਂ ਕਿਸੇ ਵੀ ਦੋ त्रिभुजां ਨੂੰ ਸਰਬਾਂਗ ਸਮ ਸਿੱਧ ਕਰਨਾ ਹੈ ਤਾਂ ਸਾਨੂੰ ਹਰ ਵਾਰ 6 ਸੰਗਤ ਭਾਗ ਸਿੱਧ ਕਰਨ ਦੀ ਲੋੜ ਨਹੀਂ ਹੈ। ਅਸੀਂ ਸਰਬਸੰਮਤਾ ਦੇ 4 ਮਾਪਦੰਡ ਕੀਤੇ ਸੀ, ਜਿਸ ਦੇ ਵਿੱਚ ਪਹਿਲਾ ਅਸੀਂ SSS ਸਰਬਸੰਮਤਾ ਦਾ ਨਿਯਮ, ਦੂਜਾ ਜਿਹੜਾ ਅਸੀਂ ਕੀਤਾ ਸੀ ਉਹ SAS ਪੂਜਾ ਕੋਣ ਪੂਜਾ ਸਰਬਸੰਮਤਾ ਨਿਯਮ, ਤੀਜਾ ਜਿਹੜਾ ਅਸੀਂ ਕੀਤਾ ਸੀ ਉਹ ASA ਕੋਣ ਪੂਜਾ ਕੋਣ ਸਰਬਸੰਮਤਾ ਦਾ ਨਿਯਮ, ਤੇ ਚੌਥਾ ਜਿਹੜਾ ਅਸੀਂ ਨਿਯਮ ਕੀਤਾ ਸੀ RHS ਸਮਕੋਣ ਕਰਨ ਪੂਜਾ ਜਿਹੜਾ ਨਿਯਮ ਹੈ ਇਹ ਕੀਤੇ ਸੀ ਤੇ ਇਹਨਾਂ ਦੇ ਸਵਾਲ ਵੀ ਕੀਤੇ ਸੀ। ਹੁਣ ਸਾਡੀ ਅਭਿਆਸ 7.2 ਹੈ ਜਿਹੜੀ ਉਹ ਅਸੀਂ ਕਰਨੀ ਹੈ। ਤਾਂ ਅਭਿਆਸ 7.2 ਦਾ ਸਾਡਾ ਪਹਿਲਾ ਜਿਹੜਾ ਸਵਾਲ ਹੈ ਉਹ ਹੈ ਹੇਠ ਲਿਖਿਆਂ ਵਿੱਚ ਤੁਸੀਂ ਕਿਹੜੇ ਸਰਬਸੰਮ ਮਾਪਦੰਡ ਦਾ ਪ੍ਰਯੋਗ ਕਰੋਗੇ। ਸਾਨੂੰ ਦਿੱਤਾ ਗਿਆ ਹੈ ਦੋ त्रिभुजां ਦਿੱਤੀਆਂ ਗਈਆਂ ਹਨ। ਅਗਰ ਅਸੀਂ ਦੇਖੀਏ ਕਿ ਦੋਨੋਂ त्रिभुजां ਦੇ ਵਿੱਚ ਅਸੀਂ ਇਲਾਜ ਕਰਕੇ ਦੇਖਦੇ ਹਾਂ। ਦੋਨੇ त्रिभुजां ਦੇ ਵਿੱਚ ਸਾਡੇ ਕੋਲ ਕੀ ਹੈ, AC ਹੈ ਜਿਹੜਾ ਉਹ DF ਦੇ ਬਰਾਬਰ ਹੈ, BC ਹੈ ਜਿਹੜਾ ਉਹ DE ਦੇ ਬਰਾਬਰ, BC ਹੈ ਜਿਹੜਾ ਉਹ EF ਦੇ ਬਰਾਬਰ ਦਿੱਤਾ ਗਿਆ ਹੈ। ਤਾਂ ਉਹਨੇ ਕਿਹਾ ਵੀ त्रिभुज ABC ਸਰਵਾਂਗ ਸਮ ਹੈ त्रिभुज DEF। ਤਾਂ ਇਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਕਿਹੜਾ ਨਿਯਮ ਲੱਗੇਗਾ ਪਿਆਰੇ ਬੱਚਿਓ। ਅਸੀਂ ਕਰਿਆ ਸੀ ਕਿ ਇੱਕ त्रिभुज ਵਿੱਚ ਅਗਰ ਤਿੰਨ ਭੁਜਾਵਾਂ ਦੂਜੀ त्रिभुज ਦੀਆਂ ਤਿੰਨ ਸੰਗਤ ਭੁਜਾਵਾਂ ਦੇ ਬਰਾਬਰ ਹੋਵੇ ਤਾਂ ਕਿਹੜਾ ਨਿਯਮ ਕੀਤਾ ਸੀ ਅਸੀਂ, SSS ਨਿਯਮ ਅਨੁਸਾਰ ਪੂਜਾ 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 ਨਿਯਮ ਅਨੁਸਾਰ त्रिभुज ABC ਸਰਵਾਂਗ ਸਮ ਹੋਏਗੀ त्रिभुज DEF। ਯਾਨੀ ਕਿ ਅਸੀਂ ਇਹਦੇ ਵਿੱਚ ਸਰਬਸੰਮਤਾ ਦਾ ਪਹਿਲੇ ਨਿਯਮ ਦੀ ਵਰਤੋਂ ਕਰਕੇ ਸ਼ੋ ਕਰ ਸਕਦੇ ਹਾਂ ਕਿ ਦੋਨੋਂ त्रिभुजां ਕੀ ਹਨ, ਸਰਵਾਂਗ ਸਮ ਹਨ। ਦੂਜਾ ਸਵਾਲ ਹੈ ਵੀ ZX ਹੈ ਜਿਹੜੀ RP, ZX ਹੈ ਜਿਹੜਾ ਉਹ ਸਾਡਾ RP ਦੇ ਬਰਾਬਰ ਹੈ, RQ ਹੈ ਜਿਹੜੀ ਭੁਜਾ ਉਹ ZY ਦੇ ਬਰਾਬਰ ਹੈ, ਕੋਣ PRQ ਹੈ ਜਿਹੜਾ ਉਹ ਕੋਣ XZY ਦੇ ਬਰਾਬਰ ਹੈ। ਤਾਂ ਕਿਹੜਾ ਨਿਯਮ ਲੱਗਿਆ ਸਾਡੇ ਕੋਲ, ਦੋ ਭੁਜਾਵਾਂ ਤੇ ਅੰਤਰਗਤ ਕੋਣ। ਅਸੀਂ ਕੀਤਾ ਸੀ ਕਿ ਅਗਰ ਦੋ ਭੁਜਾਵਾਂ ਤੇ ਉਹਨਾਂ ਦੇ ਵਿੱਚ ਅੰਤਰਗਤ ਕੋਣ ਬਰਾਬਰ ਹੈ ਤਾਂ ਦੋਨੋਂ त्रिभुजां ਕੀ ਹੁੰਦੀਆਂ ਹਨ, ਸਰਬਾਂਗ ਸਮ ਹੁੰਦੀਆਂ ਹਨ। ਅਸੀਂ ਉਹਦੇ ਤੋਂ ਹੀ ਦੇਖ ਸਕਦੇ ਹਾਂ SAS ਪੂਜਾ ਕੋਣ ਪੂਜਾ, ਯਾਨੀ ਕਿ SAS ਨਿਯਮ ਅਨੁਸਾਰ त्रिभुज PQR ਸਰਵਾਂਗ ਸਮ ਹੈ त्रिभुज XYZ ਦੇ, ਕਿਉਂਕਿ ਇਸ ਦੇ ਵਿੱਚ ਸਾਡਾ ਜਿਹੜਾ ਨਿਯਮ ਲੱਗਿਆ ਹੈ ਉਹ SAS ਪੂਜਾ ਕੋਣ ਪੂਜਾ ਨਿਯਮ ਲੱਗਿਆ ਹੈ। ਇੱਦਾਂ ਹੀ ਸਾਡੀ ਤੀਜਾ ਸਵਾਲ ਹੈ ਕਿ ਦੋਨੇ त्रिभुजां ਦੇ ਵਿੱਚ ਸਾਡੇ ਕੋਲ ਦੋ ਕੋਣ ਕਿਹੜੇ ਕਿਹੜੇ, MLN ਬਰਾਬਰ ਹੈ FGH, ਉਸ ਤੋਂ ਬਾਅਦ NML ਜਿਹੜਾ ਹੈ ਉਹ ਬਰਾਬਰ ਹੈ ਸਾਡੇ ਕੋਲ GFH, ਉਸ ਤੋਂ ਬਾਅਦ ML ਹੈ ਜਿਹੜੀ ਭੁਜਾ ਸਾਡੀ ਉਹ FG ਦੇ ਬਰਾਬਰ ਹੈ। ਯਾਨੀ ਕਿ ਦੋ ਕੋਣ ਤੇ ਉਹਨਾਂ ਦੇ ਵਿਚਕਾਰਲੀ ਭੁਜਾ। ਤਾਂ ਇਸ ਦੇ ਵਿੱਚ ਅਸੀਂ ਕਿਹੜਾ ਨਿਯਮ ਕਰਿਆ ਸੀ, ਅਗਰ ਅਸੀਂ ਦੇਖੀਏ ਤਾਂ ASE ਯਾਨੀ ਕਿ ਕੋਣ ਪੂਜਾ ਕੋਣ ਐਂਗਲ ਸਾਈਡ ਐਂਗਲ ਨਿਯਮ ਅਨੁਸਾਰ ਸਾਡੀਆਂ त्रिभुजां ਕੀ ਹੋਣਗੀਆਂ, ਸਰਬਾਂਗ ਸਮ ਹੋਣਗੀਆਂ। ਸਾਡਾ D ਹੈ। ਹੁਣ ਇਸ ਦੇ ਵਿੱਚ ਸਾਨੂੰ ਪਹਿਲਾਂ ਹੀ ਕੋਣ A ਅਤੇ C ਕਿੰਨਾ ਦਿੱਤਾ ਹੈ, 90 ਡਿਗਰੀ। ਇਸ ਤੋਂ ਹੀ ਪਹਿਚਾਨ ਹੁੰਦੀ ਹੈ ਕਿ ਸਾਡੇ ਕੋਲ ਕਿਹੜਾ ਨਿਯਮ ਲੱਗ ਸਕਦਾ ਹੈ, RHS। ਕਿਉਂ, ਕਿਉਂਕਿ ਇੱਕ ਕੋਣ ਸਾਡੇ ਕੋਲ 90 ਡਿਗਰੀ ਹੈ, ਦੋਨੋਂ त्रिभुजां ਕੀ ਹਨ, ਸਮਕੋਣ ਹਨ, ਦੋਨਾਂ ਦੇ ਕਰਨ ਬਰਾਬਰ ਹਨ ਤੇ ਇੱਕ ਸਾਈਡ ਬਰਾਬਰ ਹੈ। ਅਸੀਂ ਕੀਤਾ ਸੀ ਅਗਰ ਕਿਸੇ त्रिभुज ਦੇ ਵਿੱਚ ਸਮਕੋਣੀ त्रिभुज ਦੇ ਵਿੱਚ ਕਰਨ ਤੇ ਇੱਕ ਭੁਜਾ ਦੂਸਰੀ ਸਮਕੋਣੀ त्रिभुज ਦੀ ਸੰਗਤ ਆਪਣਾ ਕੋਣ ਜਿਹੜਾ ਹੈਗਾ ਸਾਡਾ ਕਰਨ
ਤੇ ਭੁਜਾ ਦੇ ਬਰਾਬਰ ਹੋਵੇ ਤਾਂ RH ਨਿਯਮ ਦੇ ਅਨੁਸਾਰ ਤ੍ਰਿਭੁਜਾਂ ਕੀ ਹੋਣਗੀਆਂ? ਸਰਬਾਂਗ ਸਮ ਹੋਣਗੀਆਂ। ਸਾਡਾ ਦੂਜਾ ਸਵਾਲ ਹੈ, ਤ੍ਰਿਭੁਜ ART ਸਰਵਾਂਗ ਸਮ ਹੈ PEN ਦਰਸਾਉਣਾ ਚਾਹੁੰਦੇ ਹੋ। ਜੇਕਰ ਤੁਸੀਂ SSS ਸਰਬਸੰਮਤਾ ਮਾਪਦੰਡ ਦਾ ਪ੍ਰਯੋਗ ਕਰੋ ਤਾਂ ਤੁਹਾਨੂੰ ਕੀ ਦਰਸਾਉਣ ਦੀ ਲੋੜ ਹੋਏਗੀ। ਦੇਖੋ ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਜਿਹੜਾ ਸਾਡਾ ਨਿਯਮ ਹੈ, ਸੰਕੇਤਿਕ ਰੂਪ ਹੈ, ਉਸ ਤੋਂ ਵੀ ਅਸੀਂ ਜਿਹੜੀਆਂ ਬਰਾਬਰ ਭੁਜਾਵਾਂ ਹਨ, ਸੰਗਤ ਭੁਜਾਵਾਂ, ਉਹ ਲਿਖ ਸਕਦੇ ਹਾਂ। ਕਿਵੇਂ ਲਿਖ ਸਕਦੇ ਹਾਂ? ਦੇਖੋ ਅਸੀਂ ਸਾਨੂੰ ਦਿੱਤਾ ਤ੍ਰਿਭੁਜ ART ਸਰਬਾਂਗ ਸਮ ਹੈ ਤ੍ਰਿਭੁਜ PEN। ਹੁਣ ਇਹਦਾ ਮਤਲਬ AR ਕਿਹੜੀ ਭੁਜਾ ਦੇ ਬਰਾਬਰ ਹੋਏਗੀ? ਸੰਗਤ ਭੁਜਾ PE। ਇਹਦਾ ਮਤਲਬ ਇਹ ਕੀ ਹੋਗੀ ਸਾਡੀ? PE। ਇਦਾਂ ਹੀ RT ਇਸ ਸਾਈਡ ਸਾਡਾ ਕੀ ਆ ਗਿਆ? EN ਦੇ, ਕਿਉਂਕਿ ਸੰਕੇਤਿਕ ਰੂਪ ਸਾਨੂੰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਾਡੇ ਕੋਲ AT ਇਸ ਸਾਈਡ ਕੀ ਹੋਏਗਾ? PN। ਤਾਂ ਪਿਆਰੇ ਬੱਚਿਓ, ਅਗਰ ਤੁਸੀਂ ਸਾਨੂੰ ਸੰਕੇਤਿਕ ਰੂਪ ਹੈ ਜਿਹੜਾ ਉਹ ਦਿੱਤਾ ਗਿਆ ਹੈ, ਅਸੀਂ ਸੰਕੇਤਿਕ ਰੂਪ ਤੋਂ ਵੀ ਜਿਹੜੀਆਂ ਸੰਗਤ ਭੁਜਾਵਾਂ ਹਨ ਬਰਾਬਰ, ਉਹ ਲਿਖ ਸਕਦੇ ਹਾਂ। ਸੰਗਤ ਕੋਣ ਵੀ ਲਿਖ ਸਕਦੇ ਹਾਂ। ਜੇਕਰ ਮੈਂ ਕਹਾਂ ਕਿ ਮੈਂ ਸੰਗਤ ਕੋਣਾਂ ਦੀ ਗੱਲ ਕਰਨੀ ਹੈ ਤਾਂ ਸੰਗਤ ਕੋਣ ਕੀ ਹੋਣਗੇ? A ਜਿਹੜਾ ਹੈ ਉਹ P ਦੇ ਬਰਾਬਰ ਹੋਏਗਾ, ਜਿਹੜਾ R ਹੈ ਉਹ ਕਿਸ ਦੇ ਬਰਾਬਰ ਹੋਏਗਾ? E ਦੇ, ਤੇ ਕੋਣ T ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਏਗਾ? N ਦੇ। ਸਾਡਾ B ਪਾਰਟ ਹੈ ਕਿ ਜੇਕਰ ਇਹ ਦਿੱਤਾ ਗਿਆ ਹੋਵੇ ਕਿ ਕੋਣ T ਹੈ ਜਿਹੜਾ ਉਹ N ਦੇ ਬਰਾਬਰ ਹੈ, T ਹੈ ਜਿਹੜਾ ਉਹ N ਦੇ ਬਰਾਬਰ ਹੈ, ਅਤੇ ਤੁਸੀਂ SAS ਮਾਪਦੰਡ ਦਾ ਪ੍ਰਯੋਗ ਕਰਨਾ ਹੈ ਤਾਂ ਤੁਹਾਨੂੰ ਜ਼ਰੂਰਤ ਹੋਵੇਗੀ। ਦੇਖੋ SAS ਦਾ ਮਤਲਬ ਸਾਈਡ ਐਂਗਲ ਸਾਈਡ। ਹੁਣ ਸਾਨੂੰ ਜੇ ਐਂਗਲ ਗਿਵਨ ਹੈ ਤਾਂ ਇਸ ਦਾ ਮਤਲਬ ਸਾਡੀਆਂ ਕੀ ਹੋਣਗੀਆਂ ਸਾਈਡਾਂ? AT ਤੇ RT। ਇਸ ਸਾਈਡ PN ਅਤੇ EN। ਇਸ ਦਾ ਮਤਲਬ ਜਿਹੜੀ ਸਾਡੇ ਕੋਲ RT ਹੈ ਉਹ ਕਿਸ ਦੇ ਬਰਾਬਰ ਹੋਣੀ ਚਾਹੀਦੀ ਹੈ? EN ਦੇ। PN ਹੈ ਜਿਹੜੀ ਉਹ ਕਿਸ ਦੇ ਬਰਾਬਰ ਹੋਣੀ ਚਾਹੀਦੀ ਹੈ? AT ਦੇ। ਤਾਂ ਅਸੀਂ ਕਹਾਂਗੇ SAS ਨਿਯਮ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ? ਸਰਬਾਂਗ ਸਮ ਹੋਣਗੀਆਂ। C ਪਾਰਟ ਹੈ, ਜੇਕਰ ਇਹ ਦਿੱਤਾ ਗਿਆ ਹੋਵੇ ਕਿ AT ਬਰਾਬਰ PN, ਸਾਨੂੰ AT ਹੈ ਜਿਹੜਾ ਉਹ PN ਦੇ ਬਰਾਬਰ ਦਿੱਤਾ ਗਿਆ ਹੈ, ਤੁਹਾਨੂੰ ASA ਮਾਪਦੰਡ ਦਾ ਪ੍ਰਯੋਗ ਕਰਨਾ ਹੈ ਤਾਂ ਤੁਹਾਨੂੰ ਕੀ ਜ਼ਰੂਰਤ ਹੋਵੇਗੀ? ਸਾਨੂੰ ਪਤਾ ਹੈ ਅਗਰ ਅਸੀਂ ASA ਦੀ ਗੱਲ ਕਰਨੀ ਹੈ ਤਾਂ ਐਂਗਲ ਸਾਈਡ ਐਂਗਲ। ਹੁਣ ਸਾਨੂੰ ਸਾਈਡ ਤਾਂ ਬਰਾਬਰ ਦਿੱਤੀ ਗਈ ਹੈ ਤਾਂ ਇਸ ਦਾ ਮਤਲਬ ਇਹ ਸਾਡੀ ਕੀ ਹੈ? ਵਿਚਕਾਰਲੀ ਭੁਜਾ ਹੈ। ਵਿਚਕਾਰਲੀ ਭੁਜਾ ਕਿਹੜੇ ਕਿਹੜੇ ਕੋਣ ਦੀ? A ਅਤੇ T ਦੀ। ਤੇ ਇਸ ਸਾਈਡ PN ਹੈ ਜਿਹੜੀ, ਇਹ ਵਿਚਕਾਰਲੀ ਭੁਜਾ ਕਿਹੜੀ ਹੈ? ਕੋਣ P ਅਤੇ N ਦੀ। ਤਾਂ ਇਹਦਾ ਮਤਲਬ ਸਾਨੂੰ ਕਿਸ ਦੀ ਜ਼ਰੂਰਤ ਹੋਏਗੀ? ਨੰਬਰ 1 ਕੋਣ E ਹੈ ਜਿਹੜਾ ਉਹ P ਦੇ ਬਰਾਬਰ ਹੋਣਾ ਚਾਹੀਦਾ ਹੈ। ਨੰਬਰ 2 ਕੋਣ T ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਣਾ ਚਾਹੀਦਾ ਹੈ? N ਦੇ। ਤਾਂ ਅਸੀਂ ਕਹਾਂਗੇ ASA ਨਿਯਮ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ? ਸਰਬਾਂਗ ਸਮ ਹੋਣਗੀਆਂ। ਤੁਸੀਂ AMP ਸਰਬਾਂਗ ਸਮ ਸਿੱਧ ਕਰਨਾ ਹੈ, AMQ ਦਰਸਾਉਣਾ ਹੈ। ਹੇਠ ਲਿਖਿਆਂ ਵਿੱਚ ਖਾਲੀ ਸਥਾਨ ਭਰੋ। ਹੁਣ PM ਬਰਾਬਰ ਹੈ QM। ਦੇਖੋ ਤੁਸੀਂ ਇਹ ਸ਼ੋ ਕਰਨਾ ਵੀ AMP ਹੈ ਜਿਹੜਾ ਉਹ ਸਰਬਾਂਗ ਸਮ ਹੈ ਸਾਡਾ, AMQ ਦਰਸਾਉਣਾ ਹੈ। ਤਾਂ ਅਸੀਂ ਖਾਲੀ ਸਥਾਨ ਭਰਨੇ ਹਨ ਵੀ PM ਹੈ ਜਿਹੜਾ QM ਦੇ ਬਰਾਬਰ ਕਿਉਂ ਹੈ? ਕਿਉਂਕਿ ਇਹ ਸਾਨੂੰ ਪਹਿਲਾਂ ਹੀ ਦਿੱਤਾ ਹੈ। ਆ ਚਿੰਨ੍ਹ ਕੀ ਹੈ? ਬਰਾਬਰ ਦਾ। ਤਾਂ ਇਹ ਸਾਨੂੰ ਦਿੱਤਾ ਹੈ, ਅਸੀਂ ਲਿਖ ਦਿੰਦੇ ਹਾਂ ਵੀ ਇਹ ਸਾਨੂੰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਕੋਣ PMA ਹੈ ਜਿਹੜਾ ਉਹ ਬਰਾਬਰ ਹੈ QMA। ਇਹ ਵੀ ਸਾਨੂੰ ਦਿੱਤਾ ਗਿਆ ਹੈ। ਦੇਖੋ ਆ ਦੋਨੋਂ ਕੋਣ ਸਾਨੂੰ ਬਰਾਬਰ ਪਹਿਲਾਂ ਹੀ ਦਿੱਤੇ ਗਏ ਹਨ। ਇਹ ਵੀ ਸਾਨੂੰ ਦਿੱਤਾ ਹੈ। ਹੁਣ AM ਬਰਾਬਰ ਹੈ AM। ਇਹ ਕਿਉਂ ਹੈ? AM ਪਤਾ ਹੀ ਲੱਗਦਾ ਹੈ ਕਿ ਦੋਨਾਂ 'ਚ ਕੀ ਹੈ? ਸਾਂਝੀ ਭੁਜਾ ਹੈ।
ਤਾਂ ਹੁਣ ਇਹਨੇ ਨੇ ਲਿਖਿਆ ਕਿ त्रिभुज AMP सर्वांग सम है त्रिभुज AMQ। ਹੁਣ ਦੇਖੋ ਸਾਡੇ ਕੋ ਦੋ ਭੁਜਾਵਾਂ ਤੇ ਵਿਚਕਾਰਲਾ ਕੋਣ ਯਾਨੀ ਕਿ SAS ਕਿਹੜਾ ਨਿਯਮ ਹੋ ਗਿਆ SAS ਨਿਯਮ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਵਾਂਗ ਸਮ ਹੋਣਗੀਆਂ। ਤਾਂ ਪਿਆਰੇ ਬੱਚਿਓ ਅਗਰ ਤੁਹਾਨੂੰ ਸਰਵ ਸਮਤਾ ਦੇ ਚਾਰ ਦੇ ਚਾਰੇ ਨਿਯਮ ਪਤਾ ਹਨ, ਉਹਨਾਂ ਦੀ ਐਬਰੀਵੇਸ਼ਨ ਵੀ ਪਤਾ ਹੈ ਕਿ SAS ਦਾ ਮਤਲਬ ਸਾਈਡ ਐਂਗਲ ਸਾਈਡ ਹੈ, ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਇਹਨਾਂ ਸਵਾਲਾਂ ਨੂੰ ਹੱਲ ਕਰ ਸਕਦੇ ਹੋ। ਸਾਡਾ ਚੌਥਾ ਸਵਾਲ ਹੈ त्रिभुज ABC ਵਿੱਚ ਕੋਣ A 30 ਡਿਗਰੀ ਹੈ, ਕੋਣ B 40 ਡਿਗਰੀ ਹੈ ਤੇ ਕੋਣ C 110 ਡਿਗਰੀ ਹੈ। त्रिभुज PQR ਵਿੱਚ ਕੋਣ P 30 ਡਿਗਰੀ ਹੈ, QR 40 ਡਿਗਰੀ ਹੈ ਤੇ ਕੋਣ R 110 ਡਿਗਰੀ ਹੈ। ਇੱਕ ਵਿਦਿਆਰਥੀ ਕਹਿੰਦਾ ਹੈ ਕਿ ਇਹ ਸਰਵਸਮਤਾ ਮਾਪਦੰਡ ਦੇ ਅਨੁਸਾਰ त्रिभुज ABC ਸਰਵਾਂਗ ਸਮ ਹੈ त्रिभुज PQR। ਕੀ ਇਹ ਕਥਨ ਸੱਚ ਹੈ? ਜੇ ਹੈ ਤਾਂ ਕਿਉਂ, ਜੇ ਨਹੀਂ ਹੈ ਤੇ ਕਿਉਂ ਨਹੀਂ ਹੈ, ਇਹ ਅਸੀਂ ਦੱਸਣਾ ਹੈ। ਤਾਂ ਦੇਖੋ ਮੈਂ ਹੁਣ ਅਗਰ ਮੰਨ ਲਓ ABC ਦੀ ਗੱਲ ਕਰ ਰਿਹਾ, ਮੈਂ ਮੰਨ ਲਓ ABC त्रिभुज ਬਣਾ ਲਏ, ਮੈਂ ABC ਦੀ ਗੱਲ ਕਰੀ ਹੈ। A ਕੋਣ ਮੇਰਾ 30 ਡਿਗਰੀ ਹੈ, B ਕੋਣ ਮੇਰਾ ਕਿੰਨਾ ਹੈ 40 ਡਿਗਰੀ ਹੈ। ਮੈਂ ਇਹ ਜਿਹੜੀ ਸਾਈਡ ਹੈ AB ਇਹ 7 ਸੈਂਟੀਮੀਟਰ ਲੈ ਕੇ ਬਣਾ ਰਿਹਾ। ਕੌਣ ਸੀ ਮੇਰਾ ਕਿੰਨਾ ਹੈ 110 ਡਿਗਰੀ ਹੈ। ਹੁਣ ਮੈਂ ਇੱਕ ਹੋਰ त्रिभुज ਬਣਾਉਣਾ, ਮੈਂ ਕੀ ਕਰਦਾ ਹੈ PQ ਹੈ ਜਿਹੜਾ ਉਹ 5 ਸੈਂਟੀਮੀਟਰ ਲੈ ਲੈਂਦਾ। ਹੁਣ P ਤੇ ਰੱਖ ਕੇ ਮੈਂ ਅਗਰ ਹੁਣ 30 ਡਿਗਰੀ ਦਾ ਕੋਣ ਬਣਾਉਂਦਾ, ਅਸੀਂ ਕੀ ਕਰਿਆ ਇਹ 30 ਡਿਗਰੀ ਦਾ ਕੋਣ ਬਣਾਇਆ, Q ਨੂੰ ਕੇਂਦਰ ਮੰਨ ਕੇ ਅਸੀਂ ਕੀ ਬਣਾਇਆ 40 ਡਿਗਰੀ ਦਾ ਕੋਣ ਬਣਾਇਆ। ਤੁਹਾਨੂੰ ਪਤਾ ਹੀ ਹੈ त्रिभुज ਦੇ ਤਿੰਨੇ ਕੋਣਾਂ ਦਾ ਜਿਹੜਾ ਜੋੜ ਹੈ ਉਹ 180 ਡਿਗਰੀ ਹੁੰਦਾ ਹੈ। ਇਹ 30 ਹੈ 40 ਹੈ ਤਾਂ ਇਹ ਕਿੰਨਾ ਆਏਗਾ 110 ਡਿਗਰੀ। ਤੁਸੀਂ ਇਹਨੂੰ ਆਪਣੇ ਪ੍ਰਯੋਗਿਕ ਜਿਓਮੈਟਰੀ ਦੇ ਅਨੁਸਾਰ ਵੀ ਕਰਕੇ ਦੇਖ ਸਕਦੇ ਹੋ। ਤੁਸੀਂ ਕੀ ਕਰਨਾ ਹੈ, ਪਹਿਲਾਂ AB 7 ਸੈਂਟੀਮੀਟਰ ਲੈਣਾ ਹੈ, A ਨੂੰ ਕੇਂਦਰ ਮੰਨ ਕੇ 30 ਡਿਗਰੀ ਦਾ, B ਨੂੰ ਕੇਂਦਰ ਮੰਨ ਕੇ 40 ਡਿਗਰੀ ਦਾ ਕੋਣ ਬਣਾਉਣਾ ਹੈ। ਜਿੱਥੇ ਕੱਟੋਗੇ ਉਹ ਕੀ ਹੋਊਗਾ C। ਤੁਸੀਂ ਦੇਖਿਓ ਕੋਣ ਕਿੰਨੇ ਦਾ ਹੋਏਗਾ 110 ਡਿਗਰੀ ਦਾ। ਫਿਰ ਤੁਸੀਂ ਕਰਨਾ ਹੈ ਵੀ PQR ਦੀ ਰਚਨਾ ਕਰਨੀ ਹੈ। PQ ਤੁਸੀਂ ਹੁਣ ਜਿਹੜੀ PQ ਦੀ ਲੰਬਾਈ ਹੈ ਉਹ 5 ਸੈਂਟੀਮੀਟਰ ਲੈਣੀ ਹੈ। P ਨੂੰ ਕੇਂਦਰ ਮੰਨ ਕੇ 30 ਡਿਗਰੀ ਦਾ ਕੋਣ ਬਣਾਓ, Q ਨੂੰ 40 ਡਿਗਰੀ ਦਾ, ਤਾਂ R ਕੋਣ ਤੁਹਾਡਾ ਕਿੰਨਾ ਆਏਗਾ 110 ਡਿਗਰੀ ਦਾ। ਹੁਣ ਕਿਆ ਤੁਸੀਂ ਕਹਿ ਸਕਦੇ ਹੋ ਕਿ ਇਹ ਦੋਨੋਂ ਤ੍ਰਿਭੁਜਾਂ ਸਰਵਾਂਗ ਸਮ ਹਨ? ਨਹੀਂ, ਇਹ ਤ੍ਰਿਭੁਜਾਂ ਸਰਵਾਂਗ ਸਮ ਨਹੀਂ ਹੈ। ਤਾਂ ਇਹ ਸਰਵਸਮਤਾ ਦਾ ਮਾਪਦੰਡ ਨਹੀਂ ਹੁੰਦਾ। ਇਸ ਦੇ ਅਨੁਸਾਰ ਅਸੀਂ ਕਿਸੇ ਵੀ ਦੋ ਤ੍ਰਿਭੁਜਾਂ ਨੂੰ ਸਰਵਾਂਗ ਸਮ ਸਿੱਧ ਨਹੀਂ ਕਰ ਸਕਦੇ। ਇਸ ਦੇ ਲਈ ਇਹ ਹੋ ਸਕਦਾ ਹੈ ਸਾਨੂੰ ਇੱਕ ਸਾਈਡ ਜਿਹੜੀ ਦੋਨਾਂ ਦੀ ਬਰਾਬਰ ਹੋਣੀ ਬਹੁਤ ਜ਼ਰੂਰੀ ਹੈ। ਜੇ ਸਾਨੂੰ ਇੱਕ ਸਾਈਡ ਬਰਾਬਰ ਦਿੱਤੀ ਗਈ ਹੈ ਤਾਂ ਅਸੀਂ ASA ਜਾਂ SAS ਨਿਯਮ ਲਗਾ ਕੇ ਤ੍ਰਿਭੁਜਾਂ ਨੂੰ ਸਰਵਾਂਗ ਸਮ ਸਿੱਧ ਕਰ ਸਕਦੇ ਹਾਂ। ਸਾਡਾ ਪੰਜਵਾਂ ਸਵਾਲ ਹੈ ਦੋ ਤ੍ਰਿਭੁਜਾਂ ART ਤੇ OWN ਸਰਵਾਂਗ ਸਮ ਹਨ, ਜਿਸ ਦੇ ਸੰਗਤ ਭਾਗਾਂ ਨੂੰ ਅੰਕਿਤ ਕੀਤਾ ਗਿਆ ਹੈ। ਅਸੀਂ ਲਿਖ ਸਕਦੇ ਹਾਂ, ਦੇਖੋ ਇਹਨਾਂ ਦੇ ਜਿਹੜੇ ਸੰਗਤ ਭਾਗ ਹਨ ਉਹ ਸਾਨੂੰ ਦਿੱਤੇ ਗਏ ਹਨ। ਹੁਣ ਤੁਸੀਂ ਦੇਖ ਸਕਦੇ ਹੋ ਚਿੱਤਰ ਤੋਂ ਕਿ ਕਿਹੜੇ ਕਿਹੜੇ ਸੰਗਤ ਭਾਗ ਹਨ। AT ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ NO ਦੇ। ਉਸੇ ਤਰ੍ਹਾਂ AR ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ WO ਦੇ, ਯਾਨੀ ਕਿ OW ਵੀ ਲਿਖ ਸਕਦੇ ਹੋ ਤੁਸੀਂ ਇਹਨੂੰ। ਉਸ ਤੋਂ ਬਾਅਦ ਜਿਹੜਾ ਕੋਣ T ਹੈ ਉਹ ਕਿਸ ਦੇ ਬਰਾਬਰ ਹੈ ਕੋਣ N ਦੇ। ਔਰ ਇਹ ਵੀ ਦਿੱਤਾ ਕਿ A ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ O ਦੇ। ਤਾਂ ਇਸ ਦਾ ਮਤਲਬ A ਦਾ ਸੁਮੇਲ ਹੋ ਗਿਆ ਸਾਡੇ ਕੋਲ O ਦੇ ਨਾਲ। ਅਗਰ ਅਸੀਂ ਦੇਖੀਏ T ਦਾ ਜਿਹੜਾ ਹੈ ਉਹ ਕਿਸ ਦੇ ਨਾਲ ਹੋ ਗਿਆ N ਦੇ ਨਾਲ। ਤਾਂ ਬਚਿਆ R ਦਾ ਸੁਮੇਲ ਹੋ ਗਿਆ W ਨਾਲ। ਤਾਂ ਅਸੀਂ ਅਗਰ ਲਿਖਣਾ ਹੈ RAT ਤਾਂ RAT ਤ੍ਰਿਭੁਜ ਨੂੰ ਅਗਰ ਅਸੀਂ ਸਰਵਾਂਗ ਸਮ ਲਿਖਣਾ ਹੈ ਤਾਂ R ਦਾ ਕੀ ਹੈ W
A ਦਾ O ਤੇ T ਦਾ N। ਤਾਂ ਇਹਦਾ ਮਤਲਬ ਤ੍ਰਿਭੁਜ RAT ਸਰਵਾਂਗ ਸਮ ਹੋਏਗੀ ਤ੍ਰਿਭੁਜ WON ਦੇ। ਸਾਡਾ 6ਵਾਂ ਸਵਾਲ ਹੈ ਸਰਵਾਂਗ ਸਮ ਦੇ ਕਥਨ ਨੂੰ ਪੂਰਾ ਕਰੋ। BCA ਫਿਰ ਉਹੀ ਸਾਨੂੰ ਦਿੱਤਾ ਗਿਆ ਹੈ। ਦੇਖੋ ਇਸ ਦੇ ਵਿੱਚ TA ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ CA ਦੇ, ਸਾਨੂੰ ਆ ਦਿੱਤਾ ਗਿਆ ਨਿਸ਼ਾਨ, ਇਹਦਾ ਮਤਲਬ ਬਰਾਬਰ ਦਾ। ਇਸੇ ਤਰ੍ਹਾਂ BT ਹੈ ਜਿਹੜੀ ਉਹ BC ਦੇ ਬਰਾਬਰ ਹੈ। ਕੋਣ ਅਗਰ ਅਸੀਂ ਗੱਲ ਕਰੀਏ TBA ਬਰਾਬਰ ਹੈ ਕੋਣ CBA। ਤਾਂ ਇਸ ਦੇ ਵਿੱਚ ਸਾਡੇ ਕੋਲ ਸੁਮੇਲ ਹੋ ਗਿਆ T ਦਾ C ਦੇ ਨਾਲ, A ਦਾ A ਨਾਲ ਤੇ B ਦਾ B ਦੇ ਨਾਲ। ਤਾਂ ਅਸੀਂ ਅਗਰ BCA ਲਿਖਣਾ ਹੈ BCA ਤਾਂ ਇਸ ਸਾਈਡ ਅਸੀਂ ਲਿਖਾਂਗੇ B, ਹਾਂਜੀ B ਦਾ ਸੁਮੇਲ B ਦੇ ਨਾਲ, C ਦਾ ਸੁਮੇਲ T ਦੇ ਨਾਲ, A ਦਾ ਸੁਮੇਲ A ਦੇ ਨਾਲ। ਤਾਂ ਤ੍ਰਿਭੁਜ BCA ਸਰਵਾਂਗ ਸਮ ਹੈ BTA। ਇਸੇ ਤਰ੍ਹਾਂ ਦੂਸਰੀ ਅਗਰ ਫਿਗਰ ਦੀ ਅਸੀਂ ਗੱਲ ਕਰੀਏ, ਇਸ ਦੇ ਵਿੱਚ ਹੁਣ ਸਾਡੇ ਕੋਲ ਭੁਜਾਵਾਂ, ਇਹਦਾ ਮਤਲਬ ਇਹ ਆਪਸ 'ਚ ਜਿਹੜੀਆਂ ਭੁਜਾਵਾਂ ਹਨ ਬਰਾਬਰ ਹਨ ਤੇ ਦੋਨਾਂ ਦੇ ਜਿਹੜੇ ਆਧਾਰ ਹਨ ਉਹ ਬਰਾਬਰ ਹਨ। ਕੋਣ P ਕੋਣ ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ R ਦੇ, ਕਿਉਂਕਿ ਸਾਨੂੰ ਦਿੱਤਾ ਗਿਆ ਹੈ। T ਹੈ ਜਿਹੜਾ ਉਹ Q ਦੇ, ਕਿਉਂਕਿ ਸਾਡੀਆਂ ਭੁਜਾਵਾਂ ਕੀ ਹਨ ਬਰਾਬਰ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ PQ ਜਿਹੜੀ ਭੁਜਾ ਹੈ ਉਹ QS ਦੇ ਬਰਾਬਰ ਹੈ, PQS R ਦੇ ਵੀ ਬਰਾਬਰ ਹੈ। ਪਰ ਅਗਰ ਅਸੀਂ ਕੋਣ ਦੀ ਗੱਲ ਕਰੀਏ ਤਾਂ T ਕੋਣ ਸਾਨੂੰ ਕਿਸ ਦੇ ਬਰਾਬਰ ਦਿੱਤਾ ਹੋਇਆ ਔਰ ਇਹ ਕੋਣ Q ਦੇ। ਇਸ ਤ੍ਰਿਭੁਜ ਦੀ ਅਗਰ ਅਸੀਂ ਗੱਲ ਕਰੀਏ P ਹੈ ਜਿਹੜਾ ਉਹ R ਦੇ ਬਰਾਬਰ ਹੈ। ਤਾਂ ਇਸ ਦਾ ਮਤਲਬ ਸਾਡਾ PTQ ਦੇ ਵਿੱਚ ਜਿਹੜਾ ਹੈ ਸੁਮੇਲ ਇਸ ਸਾਈਡ ਕੀ ਬਚ ਗਿਆ ਸਾਡੇ ਕੋਲ S। ਤਾਂ ਇਹਦਾ ਮਤਲਬ QRS ਸਰਵਾਂਗ ਸਮ ਹੈ ਤ੍ਰਿਭੁਜ, ਅਗਰ ਇਸ ਸਾਈਡ ਅਸੀਂ ਲਿਆ ਹੈ ਕਿਹੜਾ ਲਿਆ ਹੈ QRS, ਤਾਂ ਇੱਧਰ ਕੀ ਲਵਾਂਗੇ ਅਸੀਂ T, R ਦਾ P ਦੇ ਨਾਲ ਸੁਮੇਲ ਹੈ ਤੇ S ਦਾ ਕਿਹਦੇ ਨਾਲ ਹੈ Q ਨਾਲ, ਤਾਂ TPQ। ਤਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਜਿਹੜਾ ਸੰਕੇਤਿਕ ਰੂਪ ਹੈ ਉਹ ਜ਼ਰੂਰ ਲਿਖਣਾ ਆਉਣਾ ਚਾਹੀਦਾ ਹੈ। ਜੇਕਰ ਤੁਹਾਡਾ ਸੰਕੇਤਿਕ ਰੂਪ ਸਹੀ ਹੈ ਤਾਂ ਤੁਸੀਂ ਕੋਈ ਵੀ ਜਿਹੜਾ ਸੰਗਤ ਭਾਗ ਹੈ ਉਸ ਨੂੰ ਲਿਖ ਸਕਦੇ ਹੋ। ਅਗਰ ਹੁਣ ਮੈਂ ਪੁੱਛਾਂ ਕਿ ਇਸ ਸੰਕੇਤਿਕ ਰੂਪ ਦੇ ਵਿੱਚ RS ਜਿਹੜੀ ਭੁਜਾ ਹੈ ਉਹ ਕਿਸ ਦੇ ਬਰਾਬਰ ਹੋਏਗੀ, ਤਾਂ ਤੁਸੀਂ ਸੰਕੇਤਿਕ ਰੂਪ ਦੇ ਵਿੱਚ ਹੀ ਕਹਿ ਸਕਦੇ ਹੋ ਕਿ PQ ਦੇ। ਹੁਣ ਇਹਦਾ ਮਤਲਬ ਜਿਹੜੀ RS ਭੁਜਾ ਹੈ ਸਾਡੀ ਉਹ ਕਿਸ ਦੇ ਬਰਾਬਰ ਹੋਏਗੀ PQ ਦੇ। ਔਰ ਅਗਰ ਮੈਂ ਗੱਲ ਕਰਾਂ ਇਸ ਸਾਈਡ QS ਦੀ, QS ਭੁਜਾ ਕਿਸ ਦੇ ਬਰਾਬਰ ਹੋਏਗੀ TP ਦੇ। ਇੱਦਾਂ ਹੀ ਅਗਰ ਮੈਂ ਕਹਾਂ ਕਿ QR ਜਿਹੜੀ ਭੁਜਾ ਹੈ ਉਹ ਕਿਸ ਦੇ ਬਰਾਬਰ ਹੋਏਗੀ TP ਦੇ। ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਸਾਡਾ 7ਵਾਂ ਸਵਾਲ ਹੈ, ਇਹ ਤੁਸੀਂ ਐਕਟੀਵਿਟੀ ਹੈ ਜਿਹੜੀ ਉਹ ਕਰਕੇ ਦੇਖਣੀ ਹੈ ਕਿ ਇੱਕ ਵਰਗਾਕਾਰ ਕਾਗਜ਼ ਉੱਪਰ ਬਰਾਬਰ ਖੇਤਰਫਲ ਵਾਲੇ ਦੋ ਤ੍ਰਿਭੁਜ ਇਸ ਤਰ੍ਹਾਂ ਬਣਾਓ ਕਿ ਤ੍ਰਿਭੁਜ ਸਰਵਾਂਗ ਸਮ ਹੋਣ, ਤ੍ਰਿਭੁਜ ਸਰਵਾਂਗ ਸਮ ਨਾ ਹੋਣ। ਮਤਲਬ ਤੁਸੀਂ ਪਹਿਲਾਂ ਬਣਾਉਣਾ ਹੈ ਕਿ ਤ੍ਰਿਭੁਜ ਕੀ ਹੋਣੇ ਚਾਹੀਦੇ ਹਨ ਸਰਵਾਂਗ ਸਮ ਹੋਣੇ ਚਾਹੀਦੇ ਹਨ। ਦੂਜੀ ਵਿੱਚ ਕੀ ਬਣਾਉਣਾ ਹੈ ਤ੍ਰਿਭੁਜ ਸਰਵਾਂਗ ਸਮ ਨਹੀਂ ਹੋਣੇ ਚਾਹੀਦੇ। ਤੁਸੀਂ ਇਹਨਾਂ ਦੇ ਪਰਿਮਾਪ ਦੇ ਬਾਰੇ ਜਿਹੜਾ ਹੈ ਕੀ ਕਹਿ ਸਕਦੇ ਹੋ ਉਹ ਤੁਸੀਂ ਦੇਖਣਾ ਹੈ। ਤਾਂ ਇਹ ਤੁਸੀਂ ਜਿਹੜੀ ਐਕਟੀਵਿਟੀ ਹੈ ਕਰਨੀ ਹੈ ਤੇ ਆਪਣੇ ਜਿਹੜੇ ਟੀਚਰ ਹਨ ਉਹਨਾਂ ਨੂੰ ਦਿਖਾਣੀ ਹੈ ਵੀ ਸਾਡਾ ਕਿਵੇਂ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜੇਕਰ ਤ੍ਰਿਭੁਜ ਸਾਡੇ ਸਰਵਾਂਗ ਸਮ ਹੁੰਦੇ ਹਨ ਤਾਂ ਉਹਨਾਂ ਦਾ ਜਿਹੜਾ ਪਰਿਮਾਪ ਹੈ ਉਹ ਵੀ ਕੀ ਹੋਏਗਾ ਸਮਾਨ ਹੋਏਗਾ। ਪਰ ਜੇਕਰ ਤ੍ਰਿਭੁਜ ਸਾਡੇ ਸਰਵਾਂਗ ਸਮ ਨਹੀਂ ਹਨ ਤਾਂ ਉਸ ਦੇ ਪਰਿਮਾਪ ਜਿਹੜੇ ਹਨ ਉਹ ਸਮਾਨ ਨਹੀਂ ਹੁੰਦੇ। ਇਹ ਪਹਿਲੇ ਵਿੱਚ ਪਰਿਮਾਪ ਜਿਹੜੇ ਹਨ ਸਮਾਨ ਹੋਣਗੇ, ਦੂਜੇ ਵਿੱਚ ਜਿਹੜਾ ਪਰਿਮਾਪ ਹੈ ਉਹ ਸਮਾਨ ਨਹੀਂ ਹੋਵੇਗਾ। ਇਹ ਤੁਸੀਂ ਐਕਟੀਵਿਟੀ ਕਰਕੇ ਦੇਖਣਾ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੀ ਸੀ। ਸਾਡਾ 8ਵਾਂ ਸਵਾਲ ਹੈ,
ਚਿੱਤਰ ਵਿੱਚ ਇੱਕ ਸਰਬੰਗ ਸਮ ਭਾਗਾਂ ਵਿੱਚ ਇੱਕ ਹੋਰ ਜੋੜਾ ਦੱਸੋ ਜਿਸ ਨਾਲ ਤ੍ਰਿਭੁਜ ABC ਅਤੇ PQR ਸਰਬੰਗ ਸਮ ਹੋ ਜਾਣ। ਤੁਸੀਂ ਕਿਹੜੇ ਮਾਪਦੰਡ ਦਾ ਜਿਹੜਾ ਪ੍ਰਯੋਗ ਹੈ ਉਹ ਕਰੋਗੇ ਇਹਦੇ ਵਿੱਚ। ਦੇਖੋ ਕੌਣ ਤ੍ਰਿਭੁਜ ABC ਅਤੇ PQR ਦੀ ਸਰਵਸੰਮਤਾ ਦੇ ਲਈ ਕੀ ਜ਼ਰੂਰਤ ਹੋਣੀ ਚਾਹੀਦੀ ਹੈ ਸਾਡੇ ਕੋਲ। ਜਿਹੜਾ BC ਹੈ ਉਹ QR ਦੇ ਬਰਾਬਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ QB ਕੌਣ ਹੈ ਜਿਹੜਾ ਤੇ ਕੌਣ Q ਹੈ, ਇਹ ਦੋਨੋਂ ਕਿੰਨੇ ਦੇ ਹਨ? 90 ਡਿਗਰੀ ਦੇ ਹਨ। ਕੌਣ C ਹੈ ਜਿਹੜਾ ਸਾਨੂੰ, ਉਹ ਕੌਣ R ਦੇ ਬਰਾਬਰ ਜਿਹੜਾ ਹੈ ਉਹ ਦਿੱਤਾ ਗਿਆ ਹੈ। ਤਾਂ ਅਸੀਂ ASA ਸਰਵਸੰਮਤਾ ਦਾ ਨਿਯਮ, ਕਿਉਂਕਿ ਸਾਡੇ ਕੋਲ ਕੀ ਹੈ, ਦੋ ਕੋਣ ਤੇ ਉਹਨਾਂ ਦੇ ਅੰਤਰਗਤ ਭੁਜਾ, ਦੋ ਕੋਣ ਤੇ ਅੰਤਰਗਤ ਭੁਜਾ ਕੀ ਹੈ, ਬਰਾਬਰ ਹੋਣੀ ਚਾਹੀਦੀ ਹੈ। ਤਾਂ ਅਸੀਂ ASA ਨਿਯਮ ਦੇ ਅਨੁਸਾਰ ਇਹ ਦੋਨੇ ਤ੍ਰਿਭੁਜਾਂ ਨੂੰ ਕੀ ਕਹਿ ਸਕਦੇ ਹਾਂ, ਸਰਬਾਂਗ ਸਮ ਕਹਿ ਸਕਦੇ ਹਾਂ। ਸਾਡਾ 9ਵਾਂ ਸਵਾਲ ਹੈ, ਚਰਚਾ ਕਰੋ ਕਿਉਂ ਤ੍ਰਿਭੁਜ ABC ਸਰਬਾਂਗ ਸਮ ਹੈ ਤ੍ਰਿਭੁਜ FED। ਅਸੀਂ ਕਿਹਾ ਕਿ ਤ੍ਰਿਭੁਜ ABC ਹੈ ਜਿਹੜੀ ਉਹ ਸਰਬਾਂਗ ਸਮ ਹੈ ਤ੍ਰਿਭੁਜ FED। ਤਾਂ ਕਿਸ ਨਿਯਮ ਦੇ ਅਨੁਸਾਰ ਇਹ ਤ੍ਰਿਭੁਜਾਂ ਸਰਬਾਂਗ ਸਮ ਹਨ? ਦੇਖੋ ਸਾਨੂੰ ਕੌਣ A ਹੈ ਜਿਹੜਾ ਉਹ ਕਿਸ ਦੇ ਬਰਾਬਰ ਗਿਵਨ ਹੈ, ਕੌਣ F ਦੇ। ਕੌਣ B ਹੈ ਜਿਹੜਾ ਉਹ E ਦੇ ਬਰਾਬਰ ਦਿੱਤਾ ਗਿਆ ਹੈ। ਅਸੀਂ ਕੀ ਕਰਦੇ ਹਾਂ, ਦੋਨੇ ਨੂੰ ਆਪਸ ਚ ਜੋੜ ਲੈਂਦੇ ਹਾਂ, ਕੌਣ A ਜਮਾ ਕੌਣ B, ਇਸ ਸਾਈਡ ਕੌਣ F ਜਮਾ ਕੌਣ E। और ਅਸੀਂ ਲਿਖ ਸਕਦੇ ਹਾਂ 180 डिग्री माइनस कौन A जमा कौन B, 180 डिग्री माइनस कौन F जमा कौन E, यानी कि कौन C, क्योंकि 180 ਵਿੱਚੋਂ कौन A ਅਤੇ B माइनस करिए ਤਾਂ कौन ਕੀ ਆ ਜਾਏਗਾ C। ਇਸੇ ਤਰ੍ਹਾਂ 180 ਵਿੱਚੋਂ F ਅਤੇ E ਮਾਈਨਸ ਕਰੋਗੇ ਤਾਂ ਸਾਡੇ ਕੋਲ ਕੀ ਆ ਜਾਏਗਾ, कौन D ਆ ਜਾਏਗਾ। ਹੁਣ ਸਾਡੇ ਕੋਲ ਕੀ ਹੈ, ਕੌਣ B ਹੈ ਜਿਹੜਾ ਉਹ E ਦੇ ਬਰਾਬਰ ਹੈ 90 ਡਿਗਰੀ। BC ਹੈ ਜਿਹੜੀ ਉਹ ED ਦੇ ਬਰਾਬਰ ਹੈ, ਸਾਨੂੰ ਦਿੱਤਾ ਗਿਆ ਹੈ। ਕੌਣ C ਕੌਣ D ਦੇ ਬਰਾਬਰ ਅਸੀਂ ਸਿੱਧ ਕੀਤਾ ਹੈ। ਤਾਂ ਕਿਹੜਾ ਨਿਯਮ ਬਣ ਗਿਆ, ASA। ਤਾਂ ASA ਨਿਯਮ ਅਨੁਸਾਰ ਇਹ ਤ੍ਰਿਭੁਜਾਂ ਕੀ ਹੋਣਗੀਆਂ, ਸਰਬਾਂਗ ਸਮ ਹੋਣਗੀਆਂ। ਤਾਂ ਪਿਆਰੇ ਬੱਚਿਓ, ਅਸੀਂ ਆਪਣਾ ਹੁਣ ਜਿਹੜਾ ਚੈਪਟਰ ਕੀਤਾ ਸੀ ਸਰਬਾਂਗ ਸਮ, ਅਸੀਂ ਸ਼ੁਰੂ ਕੀਤਾ ਸੀ ਸਰਬਾਂਗ ਸਮ ਆਕ੍ਰਿਤੀਆਂ ਤੋਂ। ਅਸੀਂ ਇਹਦੇ ਵਿੱਚ ਕੀਤਾ ਸੀ ਕਿ ਦੋ ਜਾਂ ਦੋ ਤੋਂ ਵੱਧ ਆਕ੍ਰਿਤੀਆਂ ਜੋ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਣ ਸਰਬਾਂਗ ਸਮ ਆਕ੍ਰਿਤੀਆਂ ਕਹਾਉਂਦੀਆਂ ਹਨ, ਜਿਸ ਦੇ ਵਿੱਚ ਅਸੀਂ ਤਾਸ਼ ਦੇ ਦੋ ਪੱਤਿਆਂ ਦੀ ਜਿਹੜੀ ਉਦਾਹਰਣ ਹੈ ਉਹ ਲਿੱਤੀ ਸੀ ਕਿ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਂਦੀਆਂ ਹਨ, ਇਸ ਲਈ ਇਹ ਕੀ ਹਨ, ਸਰਬਾਂਗ ਸਮ ਆਕ੍ਰਿਤੀਆਂ ਹਨ। ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਾਫੀ ਵਸਤੂਆਂ ਦੀ ਉਦਾਹਰਨਾਂ ਕੀਤੀਆਂ ਸੀ, ਜਿਸ ਦੇ ਵਿੱਚ ਅਸੀਂ ਮੇਨ ਤੱਕੜੀ ਦੇ ਦੋ ਪਾਸੇ ਜਾਂ ਸਾਡਾ ਕੋਈ ਵੀ ਮੈਚ ਦਾ ਗਰਾਊਂਡ ਹੁੰਦਾ ਹੈ ਉਹ ਦੋਨੋਂ ਪਾਸੇ ਇੱਕ ਦੂਜੇ ਦੇ ਸਰਬਾਂਗ ਸਮ ਹੁੰਦੇ ਹਨ। ਉਹ ਚਾਹੇ ਸਾਡਾ ਬਾਸਕਟਬਾਲ ਦਾ ਜਿਹੜਾ ਪੋਲ ਹੈ ਉਸ ਦੀ ਗੱਲ ਕਰੀਏ, ਉਹ ਵੀ ਕੀ ਹੁੰਦੇ ਹਨ, ਇੱਕ ਦੂਜੇ ਦੇ ਸਰਬਾਂਗ ਸਮ ਹੁੰਦੇ ਹਨ। ਇੱਦਾਂ ਹੀ ਤਾਸ਼ ਦੇ ਪੱਤਿਆਂ ਦੀ ਤਾਂ ਅਸੀਂ ਗੱਲ ਕਰਦੇ ਹੀ ਹਾਂ ਕਿ ਉਹ ਇੱਕ ਦੂਜੇ ਦੇ ਕੀ ਹੁੰਦੇ ਹਨ, ਸਰਬਾਂਗ ਸਮ ਹੁੰਦੇ ਹਨ। ਅਸੀਂ ਰੇਖਾ ਖੰਡਾਂ ਦੀ ਸਰਬਸੰਮਤਾ ਵੀ ਕੀਤੀ ਕਿ ਦੋ ਰੇਖਾ ਖੰਡ ਕਦੋਂ ਸਰਬਾਂਗ ਸਮ ਹੁੰਦੇ ਹਨ, ਜੇਕਰ ਉਹਨਾਂ ਦੀ ਜਿਹੜੀ ਲੰਬਾਈ ਹੈ ਉਹ ਬਰਾਬਰ ਹੋਵੇ ਤਾਂ ਅਸੀਂ ਕਹਾਂਗੇ ਦੋਨੋਂ ਰੇਖਾ ਖੰਡ ਕੀ ਹਨ, ਸਰਬਾਂਗ ਸਮ ਹਨ ਔਰ ਬਰਾਬਰ ਹਨ। ਜੇਕਰ ਰੇਖਾ ਖੰਡਾਂ ਦੀ ਲੰਬਾਈ ਬਰਾਬਰ ਨਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਰੇਖਾ ਖੰਡ ਸਰਬਾਂਗ ਸਮ ਨਹੀਂ ਹਨ। ਇੱਦਾਂ ਹੀ ਕੋਣਾਂ ਦੀ ਸਰਬਸੰਮਤਾ ਦੀ ਗੱਲ ਕੀਤੀ ਸੀ ਕਿ ਕੋਣ ਕਦੋਂ ਸਰਬਾਂਗ ਸਮ ਹੁੰਦੇ ਹਨ, ਅਗਰ ਦੋਨਾਂ ਦਾ ਜਿਹੜਾ ਮਾਪ ਹੈ ਉਹ ਬਰਾਬਰ ਹੋਵੇ। ਮੰਨ ਲਓ CBA ਕੋਣ ਸਾਡਾ 70 ਡਿਗਰੀ ਹੈ ਤਾਂ RQP ਵੀ ਅਗਰ 70 ਡਿਗਰੀ ਹੋਵੇ ਤਾਂ ਅਸੀਂ ਕਹਾਂਗੇ ਕਿ ਦੋਨੋਂ ਕੋਣ ਕੀ ਹਨ, ਸਰਬਾਂਗ ਸਮ ਹਨ। ਸਰਬਾਂਗ ਸਮ ਕੋਣਾਂ ਨੂੰ ਅਸੀਂ ਬਰਾਬਰ ਕੋਣ ਵੀ ਕਹਿੰਦੇ ਹਾਂ। ਅਸੀਂ ਸਰਬਾਂਗ ਸਮ ਤ੍ਰਿਭੁਜਾਂ ਦੀ ਗੱਲ ਵੀ ਕੀਤੀ ਸੀ ਕਿ ਦੋ ਤ੍ਰਿਭੁਜਾਂ ਸਰਬਾਂਗ ਸਮ ਹੁੰਦੀਆਂ ਹਨ ਜੇਕਰ ਉਹ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਢੱਕ ਲੈਣ, ਯਾਨੀ ਕਿ ਉਹਨਾਂ ਦੇ 6 ਦੇ 6 ਸੰਗਤ ਭਾਗ, 6 ਦੇ 6 ਸੰਗਤ ਭਾਗ ਦੀ ਅਸੀਂ ਗੱਲ ਕਰੀ ਸੀ। ਤਿੰਨ ਭੁਜਾਵਾਂ ਤੇ ਤਿੰਨ ਕੋਣ ਕੀ ਹੋਣੇ ਚਾਹੀਦੇ ਹਨ, ਬਰਾਬਰ ਹੋਣੇ ਚਾਹੀਦੇ ਹਨ। ਅਸੀਂ ਇਸ ਗੱਲ ਦੀ ਵੀ ਚਰਚਾ ਕੀਤੀ ਸੀ ਕਿ ਹਰ ਵਾਰ ਸਾਨੂੰ 6 ਸੰਗਤ ਭਾਗ ਹਨ ਜਿਹੜੇ ਉਹ ਬਰਾਬਰ ਕਰਨ ਦੀ ਲੋੜ ਨਹੀਂ ਹੈ। ਅਸੀਂ ਤਿੰਨ ਸੰਗਤ ਭਾਗ ਨਾਲ ਵੀ
ਦੋ ਤ੍ਰਿਭੁਜਾਂ ਨੂੰ ਸਰਬਾਂਗ ਸਮ ਸਿੱਧ ਕਰ ਸਕਦੇ ਹਾਂ। ਉਹ ਮਾਪਦੰਡ ਅਸੀਂ ਕਿਹੜੇ ਕਿਹੜੇ ਕੀਤੇ ਸੀ? ਐਸ ਐਸ ਐਸ, ਪੂਜਾ ਪੂਜਾ ਪੂਜਾ, ਸਰਬਸੰਮਤਾ ਦਾ ਨਿਯਮ। ਦੂਜਾ ਅਸੀਂ ਐਸ ਪੂਜਾ ਕੋਣ ਪੂਜਾ ਸਰਬਸੰਮਤਾ ਦਾ ਨਿਯਮ ਕੀਤਾ ਸੀ। ਤੀਸਰਾ ਅਸੀਂ ਕੀਤਾ ਸੀ ASA ਯਾਨੀ ਕਿ ਐਂਗਲ ਸਾਈਡ ਐਂਗਲ, ਯਾਨੀ ਕੋਣ ਪੂਜਾ ਕੋਣ ਸਰਬਸੰਮਤਾ ਦਾ ਨਿਯਮ। ਤੇ ਚੌਥਾ ਜਿਹੜਾ ਅਸੀਂ ਕੀਤਾ ਸੀ ਉਹ ਸੀ ਸਾਡਾ RHS ਯਾਨੀ ਕਿ ਸਮਕੋਣ ਕਰਨ ਪੂਜਾ, ਯਾਨੀ ਕਿ ਅਗਰ ਸਾਨੂੰ ਇੱਕ ਸਮਕੋਣੀ ਤ੍ਰਿਭੁਜ ਦੇ ਵਿੱਚ ਇੱਕ ਕਰਨ ਪੂਜਾ ਦੂਜੀ ਸਮਕੋਣੀ ਤ੍ਰਿਭੁਜ ਦੇ ਕਰਨ ਤੇ ਪੂਜਾ ਦੇ ਬਰਾਬਰ ਦਿੱਤਾ ਗਿਆ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਤ੍ਰਿਭੁਜਾਂ ਕੀ ਹੁੰਦੀਆਂ ਹਨ? ਸਰਬਾਂਗ ਸਮ ਹੁੰਦੀਆਂ ਹਨ। ਤਾਂ ਪਿਆਰੇ ਵਿਦਿਆਰਥੀਓ, ਇਹ ਸਰਬਸੰਮਤਾ ਦੇ ਜਿਹੜੇ ਨਿਯਮ ਹਨ ਇਸ ਦੇ ਨਾਲ ਅਸੀਂ ਇਹ ਵੀ ਕੀਤਾ ਹੈ ਕਿ ਅਗਰ ਅਸੀਂ AAA ਸਰਬਸੰਮਤਾ ਦਾ ਨਿਯਮ ਦੀ ਵਰਤੋਂ ਕਰਦੇ ਹਾਂ ਤਾਂ ਇਹ ਸਰਬਸੰਮਤਾ ਦਾ ਨਿਯਮ ਨਹੀਂ ਬਣਦਾ, ਕਿਉਂਕਿ ਸਾਨੂੰ ਅਗਰ ਸਾਈਡ ਬਰਾਬਰ ਨਹੀਂ ਦਿੱਤੀਆਂ ਗਈਆਂ ਹਨ ਤਾਂ ਜਿਹੜੀਆਂ ਤ੍ਰਿਭੁਜਾਂ ਹਨ ਉਹ ਛੋਟੀਆਂ ਤੇ ਵੱਡੀਆਂ ਬਣਨਗੀਆਂ, ਉਹਨਾਂ ਦਾ ਜਿਹੜਾ ਆਕਾਰ ਹੈ ਉਹ ਬਰਾਬਰ ਨਹੀਂ ਹੋਵੇਗਾ। ਤਾਂ ਇਸ ਗੱਲ ਦੇ ਤੁਸੀਂ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਸਰਬਸੰਮਤਾ ਦੀ ਗੱਲ ਕਰਨੀ ਹੈ ਤਾਂ ਇਹ ਜਿਹੜੇ 4 ਨਿਯਮ ਹਨ, ਇਸ 4 ਨਿਯਮ ਦੇ ਅਨੁਸਾਰ ਹੀ ਤੁਸੀਂ ਤ੍ਰਿਭੁਜਾਂ ਨੂੰ ਸਰਬਾਂਗ ਸਮ ਸਿੱਧ ਕਰਨਾ ਹੈ। ਤਾਂ ਅਸੀਂ ਆਪਣੇ 7 ਲੈਕਚਰਾਂ ਦੇ ਵਿੱਚ ਸਰਬਸੰਮਤਾ ਦਾ ਜਿਹੜਾ ਚੈਪਟਰ ਸੀ ਉਹ ਕੀਤਾ ਹੈ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਚੈਪਟਰ ਜਿਹੜਾ ਹੈ ਬੜੀ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਤੇ ਤੁਸੀਂ ਆਪਣੇ ਅਧਿਆਪਕ ਸਾਹਿਬਾਨ ਨੂੰ ਇਹਨਾਂ ਦੇ ਸਵਾਲ ਕਰਕੇ ਦਿਖਾਓਗੇ। ਧੰਨਵਾਦ।